+1 क्लास। बेटा नेक्स्ट टॉपिक जो आप करने लगे हैं टॉपिक का नाम है इन इलास्टिक कोलिजन इन वन डायमेंशन। प्रीवियस ਆਪਾਂ ਇਲਾਸਟਿਕ ਕੋਲਿਜਨ ਦੀ ਗੱਲ ਕੀਤੀ ਸੀ वन डायमेंशन ਦੇ ਵਿੱਚ। ਉਹਦੇ ਵਿੱਚ ਆਪਾਂ ਕੀ ਸਟੱਡੀ ਕੀਤਾ ਸੀ ਕਿ ਜਿਹੜਾ ਇਲਾਸਟਿਕ ਕੋਲਿਜਨ ਹੁੰਦਾ ਹੈ ਉਹਦੇ ਵਿੱਚ ਲੀਨੀਅਰ ਮੋਮੈਂਟਮ ਵੀ ਕੰਜ਼ਰਵ ਰਹਿੰਦਾ ਹੈ, ਕਾਈਨੈਟਿਕ એનર્ਜੀ ਵੀ ਕੰਜ਼ਰਵ ਰਹਿੰਦੀ ਹੈ ਤੇ ਟੋਟਲ એનર્ਜੀ ਵੀ ਕੰਜ਼ਰਵ ਰਹਿੰਦੀ ਹੈ। ਤੇ ਇਨ ਇਲਾਸਟਿਕ ਕੋਲਿਜਨ ਬਾਰੇ ਕੀ ਹੁੰਦਾ ਹੈ ਇਹ ਕੁਝ ਨਾ ਕੁਝ એનર્ਜੀ ਕੀ ਹੈ kinetic energy हमेशा डिक्रीज हो जाती है, सम ऑफ द kinetic energy will be lost। स्टडी करना है वन डायमेंशन इन इलास्टिक। सपोज करो ਤੁਹਾਡੇ ਕੋਲ ऑब्जेक्ट है ਜਿਹਦਾ मास m1 है, ਜਿਹੜਾ मूव कर रहा है with velocity u1, it is strike with another body having mass m2 and moving with velocity u2। ਤੇ u1 ਹੈ ਜਿਹੜਾ ਇੱਥੇ u2 ਤੋਂ ਜ਼ਿਆਦਾ ਹੈ ਤਾਂ ਹੀ u1 ਜਿਹੜਾ ऑब्जेक्ट है स्ट्राइक कर, दिस इज द केस ऑफ बिफोर कोलिजन। कोलिजन होने तो पहले की कंडीशन ए होगी, ड्यूरिंग कोलिजन दोनों स्ट्राइक कर जाएंगे, आफ्टर कोलिजन की होएगा दी वेलोसिटी चेंज आ जाएगा, ਇਹਦੀ वेलोसिटी v1 होगी, ਜਿਹੜਾ ਸੈਕੰਡ ਆਬਜੈਕਟ ਹੈ ਇਹਦੀ वेलोसिटी ਦਾ ਕੀ ਹੋ ਜੂਗੀ m2, वेलोसिटी ਦੀ ਕਿੰਨੀ ਹੋ ਜੂਗੀ v2। वन डायमेंशन ਦਾ ਮਤਲਬ ਜੇ ਕੋਲਿਜਨ ਤੋਂ ਪਹਿਲਾਂ ਇਹ x ਐਕਸਿਸ ਤੇ ਜਾ ਰਹੇ ਸੀ, आफ्टर कोलिजन ਵੀ ਕੀ ਹੋਣਗੇ x ਐਕਸਿਸ ਹੋਣਗੇ, they will not change their axis, ਤਾਂ ਕਰਕੇ ਨੂੰ वन डायमेंशन ਕਿਹਾ ਗਿਆ। ਠੀਕ ਹੈ, ਹੁਣ ਆਪਾਂ ਨੂੰ ਪਤਾ ਹੈ ਜੇ ਕੋਲਿਜਨ ਇਨ ਇਲਾਸਟਿਕ ਵੀ ਹੈ ਤਾਂ ਲਾ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ ਤੋਂ ਵੀ ਹੋਊਗਾ। ਜਿਵੇਂ ਮੈਂ ਪਹਿਲੇ ਕਹਿ ਚੁੱਕੇ ਹਾਂ ਵੀ ਦੋਨਾਂ ਚਾਹੇ ਇਨ ਇਲਾਸਟਿਕ ਕੋਲਿਜਨ ਹੈ ਚਾਹੇ ਇਲਾਸਟਿਕ ਹੈ, ਮੋਮੈਂਟਮ ਦਾ ਰੂਲ ਤਾਂ ਹੋਊਗਾ ਹੀ ਹੋਊਗਾ। ਲਾ ਆਫ ਕੰਜ਼ਰਵੇਸ਼ਨ ਆਫ ਇਨ ਮੋਮੈਂਟਮ ਕੀ ਕਹਿੰਦਾ ਹੈ, total momentum of the two bodies before collision will be equal to total linear momentum of the two bodies after collision। ठीक है जी, ਇਹ ਰੂਲ ਹੋਵੇ ਹੋਣੀ ਹੋਣਾ। ਹੁਣ ਜੇ ਆਪਾਂ ਨੂੰ m1 ਪਤਾ ਹੋਵੇ ਫਸਟ ਆਬਜੈਕਟ ਦਾ ਮਾਸ ਕਿੰਨਾ ਹੈ, ਫਸਟ ਆਬਜੈਕਟ ਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ, ਸੈਕੰਡ ਆਬਜੈਕਟ ਦਾ ਮਾਸ ਕਿੰਨਾ ਹੈ, ਸੈਕੰਡ ਆਬਜੈਕਟ ਦੀ ਲੀਨੀਅਰ ਵੈਲੋਸਿਟੀ ਕਿੰਨੀ ਹੈ। ਠੀਕ ਹੈ, ਐਂਡ ਦੋਨਾਂ ਫਾਈਨਲ ਦੇਖੋ v1 v2 ਤੇ ਫਾਈਨਲ ਵੈਲੋਸਿਟੀਜ਼ ਨੇ ਆਫਟਰ ਕੋਲਿਜਨ। ਠੀਕ ਹੈ, ਜੇ ਆਪਾਂ ਨੂੰ ਦੋਨਾਂ ਚੋਂ ਇੱਕ ਵੈਲੋਸਿਟੀ ਵੀ ਪਤਾ ਹੋਵੇ ਤਾਂ ਆਪਾਂ ਦੂਜੀ ਵੈਲੋਸਿਟੀ ਵੀ ਫਾਈਂਡ ਕਰ ਸਕਦੇ ਹਾਂ। ਠੀਕ ਹੈ, ਬਟ ਇਟਸ ਕੁਆਇਟ ਡਿਫਿਕਲਟ ਕਿ ਆਪਾਂ ਨੂੰ ਦੋਨਾਂ ਚੋਂ ਇੱਕ ਵੈਲੋਸਿਟੀ ਪਤਾ ਹੋਵੇ ਨਾ, ਉਹਦੇ ਲਈ ਆਪਾਂ ਇੱਕ ਡਿਫਰੈਂਟ ਅਪਰੋਚ ਤਿਆਰ ਕਰਾਂਗੇ। ਜੇ ਆਪਾਂ ਨੂੰ ਪਤਾ ਹੋਵੇ ਨਾ m1 u1 m2 u2 ਐਂਡ ਵਨ ਆਫ ਦ v1 ਹਨਾ ਪਤਾ ਹੋਵੇ ਤਾਂ ਤੁਸੀਂ v2 ਇਜ਼ੀਲੀ ਫਾਈਂਡ ਕਰ ਸਕਦੇ ਹੋ। ਬਟ ਮੈਂ ਤੁਹਾਨੂੰ ਕਿਹਾ ਵੀ ਇਹਨਾਂ v1 ਤੇ v2 ਚੋਂ ਜਿਹੜੇ ਵੀ ਤੁਹਾਨੂੰ ਇੱਕ ਚੀਜ਼ ਦੀ ਮੈਂ ਕਹੀ ਹੈ ਵੀ ਤੁਹਾਨੂੰ ਪਤਾ ਹੋਵੇ ਉਹ ਵੀ ਪਤਾ ਹੋਣਾ ਡਿਫਿਕਲਟ ਹੈ ਨਾ, ਤੇ ਉਹਦੇ ਲਈ ਆਪਾਂ ਇੱਕ ਕੇਸ ਡਿਸਕਸ ਕਰਾਂਗੇ ਜਿਹਨੂੰ ਆਪਾਂ ਕੀ ਬੋਲਦੇ ਹਾਂ ਪਰਫੈਕਟਲੀ ਇਨ ਇਲਾਸਟਿਕ ਕੋਲਿਜਨ। ਕੇਸ ਡਿਸਕਸ ਕਰਾਂਗੇ ਕਿਹੜਾ ਪਰਫੈਕਟਲੀ ਇਨ ਇਲਾਸਟਿਕ। ਪਰਫੈਕਟਲੀ ਇਨ ਇਲਾਸਟਿਕ ਕੰਡੀਸ਼ਨ ਕੀ ਹੁੰਦੀ ਹੈ, ਉਹਦੇ ਵਿੱਚ ਇੱਕ ਸਪੈਸ਼ਲ ਕੰਡੀਸ਼ਨ ਹੈ ਕਿ ਜਿਹੜਾ ਟਾਰਗੇਟ ਪਾਰਟੀਕਲ ਹੈ ਇੱਕ ਤੋਂ ਹਮੇਸ਼ਾ ਐਡਰੈਸ ਲਿਆ ਕਰੇ। ਕੋਲਿਜਨ ਤਾਂ ਇਨ ਇਲਾਸਟਿਕ ਹੈ ਬਟ ਕੀ ਹੈ ਪਰਫੈਕਟਲੀ ਇਨ ਇਲਾਸਟਿਕ ਹੈ। ਉਹਦੇ ਲਈ ਕੰਡੀਸ਼ਨ ਕੀ ਹੈ, ਜਿਹੜਾ ਟਾਰਗੇਟ ਪਾਰਟੀਕਲ ਹੁੰਦਾ ਹੈ ਸੈਕੰਡ ਪਾਰਟੀਕਲ ਉਹ ਹਮੇਸ਼ਾ ਕਾਤੇ ਹੋਊਗਾ ਐਡਰੈਸਡ ਹੋਊਗਾ। ਐਂਡ ਆਫਟਰ ਕੋਲਿਜਨ ਕੀ ਹੋਇਆ ਕਰੂਗਾ, ਜਿਹੜਾ m1 ਤੇ m2 ਨੇ they will combine each other, ਉਹ ਦੋਨੇ ਕੀ ਹੋ ਜਾਇਆ ਕਰਨਗੇ combine and move with common velocity। मैं एग्जांपल देने लगे move with common velocity। किवें फॉर एग्जांपल देख मान लो एक मास है जिहदा मास m1 है वेलोसिटी u1 है, it is striking with another object having mass m2 but it is at rest। ये जाके जो स्ट्राइक कर दो आफ्टर कोलिजन की होएगा, दोनों बॉडीज आपस में स्टिक हो जाएंगी तो दोनों की वेलोसिटी कॉमन हो जाएगी। मैं कैपिटल V सपोज करिए है ना, दोनों की वेलोसिटी की हो जाएगी कॉमन, एक सेम वेलोसिटी हो जाएगी, जेदी वेलोसिटी भी है एदी भी वेलोसिटी भी है। इस तरह के कोलिजन ਆਪਾਂ ਕਿਹੜਾ ਕੋਲਿजन ਬੋਲਿਆ ਕਰਾਂਗੇ परफेक्टली इनइलास्टिक। मोमेंटम ਦਾ ਰੂਲ ਇੱਥੇ ਵੀ ਹੋਵੇ ਹੋਊਗਾ ਬਟ ਇੱਥੇ ਇੱਕ ਚੀਜ਼ ਥੋੜੀ ਰਿਜ਼ੋਲਵ ਹੋ ਜਾਏਗੀ ਕਿ ਤੁਹਾਨੂੰ ਜਿਹੜੀ ਆਫਟਰ ਕੋਲਿਜਨ ਦੋ ਵੈਲੋਸਿਟੀਜ਼ ਦੀ ਗੱਲ ਕਰਦੇ ਸੀ v1 ਐਂਡ v2 ਦੀ, ਉਹ ਤੁਹਾਡੀ ਪ੍ਰੋਬਲਮ ਰਿਜ਼ੋਲਵ ਹੋ ਜਾਊਗੀ। ਤੁਹਾਨੂੰ ਸਿਰਫ v1 ਹੀ ਮਤਲਬ ਹਨਾ v ਹੀ ਫਾਈਂਡ ਕਰਨ ਦੀ ਲੋੜ ਹੈ, ਉਹ ਤੁਹਾਨੂੰ ਪਤਾ ਲੱਗ ਜਾਏਗਾ। ਜੇ ਤੁਹਾਨੂੰ m1 ਪਤਾ ਹੈ m2 ਪਤਾ ਹੈ, ਇਨੀਸ਼ੀਅਲ ਮਾਸਸ ਦੋਨੇ ਆਬਜੈਕਟਸ ਗਿਵਨ ਹੋਣਗੇ, ਤੁਹਾਨੂੰ ਇਹਦੀ ਵੈਲੋਸਿਟੀ ਪਤਾ ਹੋਏਗੀ u ਵੀ ਜਿਹੜਾ m1 ਹੈ ਕਿੰਨੀ ਵੈਲੋਸਿਟੀ ਨਾਲ ਜਾ ਰਿਹਾ ਹੈ, ਤਾਂ ਤੁਸੀਂ ਈਜ਼ੀਲੀ ਰੂਲਸ ਲਗਾ ਕੇ ਇਨਇਲਾਸਟਿਕ ਕੋਲਿਜਨ ਵਾਲਾ ਯੂ ਕੈਨ ਫਾਈਂਡ ਦ ਵੈਲਿਊ ਆਫ v। ਫॉर एग्जांपल ਕਿਵੇਂ, ਜਿਵੇਂ ਇਸ ਕੇਸ ਦੀ ਗੱਲ ਕਰਾਂ apply law of conservation of linear momentum because it will be hold in case of inelastic collision। inelastic collision ਦੇ ਵਿੱਚ ਜੋ hold ਹੁੰਦੀ ਹੈ ਤਾਂ ਲਗਾ ਦੋ, ਇਹਦੇ ਤੁਹਾਡਾ ਕਿੰਨਾ ਬਣ ਜੂ m1 u1
प्लस m2 इंटू 0 है ना, तो u2 तो गल की है 0 है, ठीक है जी। एंड राइट साइड तो लगावांगे आफ्टर क्वेश्चन लगावांगे कितना बन जू m1v प्लस m2v है ना, एक तो कितना बन जू m1u1 इज इक्वल टू v, दोनों चो कॉमन कर लो तो कितना बन जू m1 प्लस m2 इंटू v। ਇੱਥੇ ਆਪਾਂ v ਫਾਈਂਡ ਕਰ ਸਕਦੇ ਹਾਂ। ਦੇਖੋ ਹੁਣ ਆਪਾਂ ਨੂੰ ਮੈਂ ਕਿਹਾ ਸੀ ਨਾ ਆਪਾਂ ਨੂੰ ਸਿਰਫ ਇੱਕ ਚੀਜ਼ ਫਾਈਂਡ ਕਰਨ ਦੀ ਲੋੜ ਹੈ ਹੈਨਾ, ਆਪਾਂ ਨੂੰ m1 ਗਿਵਨ ਹੋਏਗਾ, ਆਪਾਂ ਨੂੰ u1 ਗਿਵਨ ਹੋਏਗਾ, m2 ਗਿਵਨ ਹੋਏਗਾ, ਤਾਂ ਆਪਾਂ v ਕੀ ਹੈ ਈਜ਼ੀਲੀ ਫਾਈਂਡ ਕਰ ਸਕਦੇ। v ਕਿੰਨਾ ਬਣ ਜਾਏਗਾ, here v become m1 u1 over m1 plus, this is the method to find the velocity of the two bodies after collision in case of perfectly inelastic bodies। clearly इस रिलेशन ਦਾ ਆਪਾਂ ਨੂੰ ਇੱਕ ਚੀਜ਼ ਪਤਾ ਲੱਗ ਗਈ, because m1 over m1 plus m2 ਦੇਖੋ ਹਮੇਸ਼ਾ ਇੱਕ ਤੋਂ ਛੋਟਾ ਹੋਏਗਾ, ਕਿਉਂ, ਕਿਉਂਕਿ ਇਹਦੀ ਨਿਚਲੀ ਟਰਮ ਜ਼ਿਆਦਾ ਹੈ ਹਨਾ, ਤਾਂ ਇਹਦਾ ਮਤਲਬ ਜਿਹੜਾ u1 ਹੋਏਗਾ ਹਮੇਸ਼ਾ v ਤੋਂ ਕੀ ਹੋਏਗਾ, ਵੱਡਾ ਹੋਏਗਾ। ਜਾਂ ਟਰਮ ਵੱਡੀ ਹੈ ਤਾਂ ਟਰਮ ਛੋਟੀ ਹੋਗੀ ਹਨਾ, ਤਾਂ दैट मीन u1 ਹਮੇਸ਼ਾ ਕੀ ਹੋਏਗਾ v ਤੋਂ ਕੀ ਹੋਏਗਾ, ਤੁਹਾਡਾ ਵੱਡਾ ਹੋਏਗਾ। ਇਹਦਾ ਮਤਲਬ ਕੁਛ ਨਾ ਕੁਛ ਵੈਲੋਸਿਟੀ ਕੀ ਹੈ, ਡਿਕਰੀਜ਼ ਹੋਈ ਹੈ ਨਾ आफ्टर collision, आफ्टर collision velocity will be decrease। ये velocity decrease हुई है तो ਤੁਹਾਨੂੰ ਪਤਾ ਹੈ kinetic energy भी कुछ ना कुछ की होएगी lost होएगी, ठीक है जी। ਇੱਥੋਂ ਆਪਾਂ easily velocity define कर सकते हैं। फिर ਆਪਾਂ ਦੇਖੋ ਆਪਾਂ ਨੂੰ ਪਤਾ ਹੈ collision ਕਿਹੜਾ ਹੈ, inelastic। कि inelastic होएगा तो kinetic energy change होगी ना, kinetic energy is not conserved, kinetic energy is not conserved। ਇਹ ਚੀਜ਼ ਨੂੰ ਆਪਾਂ मैथमेटिकली प्रूव भी करांगे भी conserve नहीं रहेगी। ਕਿਵੇਂ ਦੇਖੋ पहला ऑब्जेक्ट सी ਉਹਦੀ kinetic energy ਕਿੰਨੀ ਸੀ, हाफ m1 u1 स्क्वायर। सेकंड ਦੀ kinetic energy ਕਿੰਨੀ ਸੀ, ਇਹਨੂੰ ਮੈਂ k2 ਸਪੋਜ਼ ਕਰ ਲਾ 0 ਸੀ ਕਿਉਂਕਿ ਦੀ velocity 0 ਸੀ। आफ्टर collision ਇਹ ਸੀ before collision, पहले ਦੀ kinetic energy ਇੰਨੀ, ਦੂਜੀ ਦੀ kinetic energy ਇੰਨੀ, ਜੇ ਮੈਂ total kinetic energy फाइंड ਕਰਾਂ ਤਾਂ ਕਿੰਨਾ ਬਣ ਜੂਗਾ हाफ m1 u1 स्क्वायर। ਇਹਨੂੰ क्वेश्चन नंबर 2 सपोज कर लो। ਜੇ मैं आफ्टर collision फाइंड ਕਰਾਂ ਤਾਂ ਕਿੰਨੇ ਬਣ ਜੂਗੀ 1/2 मासेस दोनों ਦਾ ਕਿੰਨਾ है m1 m2 हो जाएगा कंबाइन, वेलोसिटी कितनी है v स्क्वायर है, दोनों की वेलोसिटी v स्क्वायर है, ये तो दी होगी टोटल वेलोसिटी आफ्टर collision। ये तो इक्वेशन नंबर 3 मान लो है ना। तो इथे देखो मैं v ਦੀ ਵੈਲਿਊ ਆਪਾਂ ਡਰਾਈਵ ਕਰ ਚੁੱਕੇ ਹਾਂ ਨਾ, v ਦੀ ਵੈਲਿਊ ਕਿੰਨੀ ਸੀ m1 u1 over m1 plus m2 the put the value of v here, तो t आफ्टर collision कितनी बन जाएगी, टोटल एनर्जी आफ्टर collision कितनी बन जाएगी, तो देखो 1/2 m1 m2 into m1 square u1 square over m1 plus m2 the whole square। m नाल m कट जाऊगा तो कितना रह जाएगा 1/2 m1 square u1 square over m1 plus m2, and this is the total kinetic energy after collision। ठीक है जी। मैं ऊपर प्रीवियस की गल कही है भी ਜਿਹੜੀ v1 है ਜਾਂ u1 है वो हमेशा v ਤੋਂ ਛੋਟਾ ਹੋਏਗਾ, ਜੇ u1 ਵੱਡਾ ਹੈ ਤਾਂ ਉਹਦੀ kinetic energy ਵੀ ਵੱਡੀ ਹੋਏਗੀ है ना। ਤਾਂ ਕਰਕੇ ਤੁਸੀਂ ਚੇਂਜ ਇਨ kinetic energy ਕੱਢੋਗੇ ਕਿੰਨਾ ਲਾਸ ਹੋ ਗਿਆ, ਤੁਸੀਂ ਕੀ ਕਰੋਗੇ u1 ਵਾਲੀ ਟਰਮ ਦੇ ਵਿੱਚੋਂ ਇਹ ਵਾਲੀ ਟਰਮ ਤੁਸੀਂ ਕੀ ਕਰ ਦੋਗੇ ਮਾਈਨਸ ਕਰ ਦੋਗੇ 1/2 m1 स्क्वायर u1 स्क्वायर over m1 plus m2 स्क्वायर। ठीक है, सॉल्व हो जाएगा, सॉल्व सॉल्व करके टोटल चेंज इन kinetic energy will be equal to एलसीएम थोड़ा कितना आ जाएगा इसमें जो 2m1 plus m2 तो एलसीएम आ जाएगा, तो कितना बन जाएगा m1 u1 स्क्वायर तो है ही है, नाल दे की इक्वल मल्टीप्लाई हो जाए m1 plus m2 हो जाएगा माइनस m1 स्क्वायर इंटू स्क्वायर। तो चेंज इन kinetic एनर्जी कितनी आ जाएगी, मल्टीप्लाई कर लो कितना बन जू m1 स्क्वायर u1 स्क्वायर प्लस m1 m2 u1 स्क्वायर माइनस m1 स्क्वायर इंटू u1 स्क्वायर ओवर 2 m1 प्लस m2।
आ चीज कैंसिल आउट हो जाएगी, ਤੁਹਾਡੇ ਕੋਲ चेंज इन किनेटिक एनर्जी बेटा कितनी रह जाएगी, डेल्टा E इज इक्वल टू m1 m2 u1 स्क्वायर ओवर m1 प्लस m2 इंटू 2। ਹੁਣ देखो ये चीज हमेशा ग्रेटर देन 0 होएगी, कितना ਤਾਂ m1 0 है ना ही m2 0 है ना ही u1 0 है, ਇਹਦਾ मतलब डेल्टा E थोड़ी ग्रेटर देन 0 होएगी। डेल्टा E की सी चेंज इन किनेटिक एनर्जी मतलब इनिशियल किनेटिक एनर्जी माइनस फाइनल किनेटिक एनर्जी वो ग्रेटर देन 0 है। इनिशियल किनेटिक एनर्जी थोड़ी ग्रेटर देन आ गई फाइनल किनेटिक एनर्जी नालों, ਤੇ ਇਹੀ ਆਪਾਂ ਕਿਹਾ ਸੀਗਾ ਨਾ ਵੀ ਕੁਛ ਨਾ ਕੁਛ એનર્ਜੀ ਕੀ ਹੁੰਦੀ ਹੈ, ਲਾਸ ਹੁੰਦੀ ਹੈ, ਤੇ ਉਹ ਆਪਾਂ ਕਿਵੇਂ ਫਾਈਂਡ ਕਰ ਸਕਦੇ ਹਾਂ, ਬਾਈ ਸਬਟ੍ਰੈਕਟਿੰਗ ਇਨੀਸ਼ੀਅਲ ਕਿਨੈਟਿਕ એનર્ਜੀ ਫਰਮ ਦਾ ਫਾਈਨਲ ਕਿਨੈਟਿਕ એનર્ਜੀ। ठीक है, दिस इज द परफेक्टली inelastic collision in one dimension। नेक्स्ट टॉपिक जो बेटा आप करने लगे हैं दैट इज इलास्टिक collision in two dimension। इलास्टिक collision in two dimension। टू dimension ਦਾ ਇੱਥੇ ਕੀ ਮਤਲਬ ਹੈ ਵੀ they will change their axis after collision। ਜੇ ਮੰਨ ਲਓ ਜਿਹੜੀ ਦੋ ਕੋਲਾਈਡਿੰਗ ਬੋਡੀਜ਼ ਨੇ ਉਹ collision ਤੋਂ ਪਹਿਲਾਂ x axis ਵੱਲ ਜਾ ਰਹੀਆਂ ਜਾਂ x axis ਤੇ ਮੂਵ ਕਰ ਰਹੀਆਂ, then after collision they will change their direction, they will go in y direction also। this is also known as oblique collision। ਇਹਨੂੰ oblique collision भी ਕਿਹਾ ਜਾਂਦਾ ਹੈ। oblique ਦਾ ਮਤਲਬ ਹੈ ਕਿਸੇ एंगल पे। ठीक है, collision इलास्टिक है, दैट मींस kinetic एनर्जी भी कंजर्व रहेगी, मोमेंटम भी कंजर्व रहूगा। ठीक है, टोटल एनर्जी भी कंजर्व रहेगी, बट ऑन द एक्सिस चेंज हो जाती है ना, ਇਹਦਾ मतलब है देखो let us suppose this is any object having mass m1 and it is moving with velocity u1 along x axis ਤੇ ਜਾ ਕੇ ਸਟ੍ਰਾਈਕ ਕਰ ਗਿਆ ਦੂਜੇ ਆਬਜੈਕਟ ਜਿਹਦਾ ਮਾਸ m2 ਹੈ ਤੇ ਉਹਦੀ ਵੈਲੋਸਿਟੀ u2 ਹੈ, ਤੇ ਇੱਥੇ u1 ਮੈਂ ਤੁਹਾਨੂੰ ਕਿਹਾ ਵੀ u2 ਹਮੇਸ਼ਾ u1 u2 ਤੋਂ ਵੱਡਾ ਹੋਇਆ ਕਰੂਗਾ, ਤਾਂ ਹੀ ਜਾ ਕੇ x axis ਹੈ वन डायमेंशन ਹੁੰਦਾ ਤਾਂ ਆਪਾਂ ਸਟੱਡੀ ਕਰਦੇ, बट आफ्टर collision ठीक है ਜਿਹੜਾ u1 है ठीक है वो थोड़ा इधर चला गया एक्सिस मतलब एक्स वाई की मैं गल करा देखो ये एक्स एक्सिस सी ये थोड़ी वाई एक्सिस ਤਾਂ वाई एक्सिस चला गया है ना, ਇਹਦੀ वेलोसिटी चेंज हो गई ਤੇ ਹੋਗੀ v1 ਮਾਸ m1 ਦਾ m1 ਰਿਹਾ ਤੇ ਜਿਹੜਾ ਸੈਕੰਡ ਟਾਰਗੇਟ ਪਾਰਟੀਕਲ ਸੀ ਇਹ ਸੀ ਪ੍ਰੋਜੈਕਟਾਈਲ, ਇਹ ਤੁਸੀਂ ਤੁਹਾਡਾ ਟਾਰਗੇਟ। ਠੀਕ ਹੈ ਜੀ, ਜਿਹੜਾ ਸੈਕੰਡ ਪਾਰਟੀਕਲ ਸੀ m2 ਉਹਦੀ ਉਹ ਇੱਧਰ ਚਲਾ ਗਿਆ, ਉਹਦੀ ਵੈਲੋਸਿਟੀ ਹੋਗੀ v2, they will change their directions है ना। this process is called elastic collision in two dimension or oblique collision। ठीक है, ਤੇ ਜਿਹੜਾ ਐਂਗਲ ਹੈ ਇੱਥੇ ਡਿਵਾਈਡ ਕੀਤਾ ਇਹ ਥੀਟਾ ਐਂਡ this is called angle of scattering। ਥੀਟਾ ਨੂੰ ਆਪਾਂ ਕੀ ਬੋਲਦੇ ਹਾਂ, angle of scattering। ਤੇ ਜਿਹੜਾ ਪਾਰਟੀਕਲ ਸਕੈਟਰ ਹੋਇਆ ਉਹਨੂੰ ਬੋਲਾਂਗੇ scattered particles। ਵੀ v1 ਤੋਂ m1 ਕੀ ਹੋ ਗਿਆ scattered ਹੋ ਗਿਆ, ਜਿਹੜਾ m2 ਹੈ ਜਿਹੜਾ ਉਹਦਾ ਐਂਗਲ ਬਣਦਾ x ਐਕਸਿਸ ਉਹਨੂੰ ਬੋਲਾਂਗੇ ਐਂਗਲ ਆਫ ਰਿਕੁਆਇਲ ਜਾਂ ਰਿਕੁਆਇਲ ਐਂਗਲ, ਤੇ ਜਿਹੜਾ ਪਾਰਟੀਕਲ ਹੋ ਗਿਆ ਉਹਨੂੰ ਬੋਲਾਂਗੇ ਰਿਕੁਆਇਲ ਪਾਰਟੀਕਲ। ਇਹ ਪਾਰਟੀਕਲ ਨੂੰ ਕੀ ਬੋਲਾਂਗੇ ਆਪਾਂ ਰਿਕੁਆਇਲ, ਸਮਝ ਗਏ ਨਾ। this is a projectile and this is the target and projectile is striking with the target after collision। ਜਿਹੜਾ projectile ਹੈ ਉਹ scattered ਹੋ ਗਿਆ making an angle theta with the x axis and ਜਿਹੜਾ projectile ਜਿਹੜਾ target ਹੈ ਉਹ ਰਿਕੁਆਇਲ ਹੋ ਗਿਆ ਮੇਕਿੰਗ ਐਨ ਐਂਗਲ 5 ਵਿਦ ਦਾ x ਐਕਸਿਸ, ਕਿਉਂਕਿ ਹੁਣ ਇਹਨਾਂ ਨੇ ਐਕਸਿਸ ਚੇਂਜ ਕਰ ਲਈਆਂ। collision ਤੋਂ ਪਹਿਲਾਂ ਇਹ x ਐਕਸਿਸ ਵੱਲ ਸੀ ਦੋਨੋਂ, ਆਫਟਰ collision ਇਹ ਦੋਨੇ ਕਿੱਧਰ ਚਲੇ ਗਏ, ਇੱਕ ਪੋਜ਼ਿਟਿਵ xy ਪਲੇਨ ਚਲਾ ਗਿਆ, ਇੱਕ y ਦੇ ਨੈਗੇਟਿਵ ਐਕਸਿਸ ਚਲਾ ਗਿਆ। they will change their planes, that's why we call it two dimensions। ਠੀਕ ਹੈ ਜੀ, ਫਿਰ ਆਪਾਂ ਬੇਟਾ ਗੱਲ ਕਰਾਂਗੇ collision ਕੀ ਹੈ, ਇਹ ਇਲਾਸਟਿਕ ਹੈ। collision ਆਪਣਾ ਕੀ ਹੈ, ਇਹ ਇਲਾਸਟਿਕ। ठीक है जी, ਹੁਣ collision ਕਿਹੜਾ ਹੈ, ਇਲਾਸਟਿਕ ਹੈ। ਇਲਾਸਟਿਕ collision ਹੈ ਤਾਂ kinetic energy ਤੇ momentum ਦੋਨੋਂ ਕੰਜ਼ਰਵ ਰਹਿਣਗੇ। ਪਹਿਲਾਂ ਆਪਾਂ kinetic energy ਦੀ ਗੱਲ ਕਰੀਏ ਨਾ, ਤੇ ਇਹਦੀ kinetic energy ਕਿੰਨੀ ਹੋ ਜਾਏਗੀ, ਹਾਫ m1 u1 ਸਕੁਅਰ प्लस सेकंड की कितनी हो जाएगी हाफ m2 u2 स्क्वायर। तो होगी टोटल kinetic energy बिफोर collision, आफ्टर collision कितनी हो जाएगी हाफ m1 v1 स्क्वायर एंड हाफ m2 v2 स्क्वायर है ना। लेफ्ट साइड राइट साइड जो हाफ कॉमन है, कॉमन काट के कैंसिल आउट कर दो है ना, समझ गए ना, ये कॉमन हो जाएगा।
सीधा मैं स्टेप लिख ला, 1/2 कैंसिल आउट हो गया, दिस विल बी इक्वल टू m1 v1 स्क्वायर प्लस m2 v2। ठीक है जी, ਜਿੱਥੇ ਆਪਾਂ ਨੂੰ m1 ਪਤਾ ਹੋਵੇ, m2 ਪਤਾ ਹੋਵੇ, u1 u2 ਪਤਾ ਹੋਵੇ ਤੇ ਵਨ ਆਫ ਦਾ ਫਾਈਨਲ ਵੈਲੋਸਿਟੀਜ਼ ਪਤਾ ਹੋਵੇ, v1 ਪਤਾ ਹੋਵੇ ਜਾਂ v2 ਪਤਾ ਹੋਵੇ, ਦੈਨ ਆਪਾਂ ਕੀ ਕਰ ਸਕਦੇ ਹਾਂ, ਸੈਕੰਡ ਵੈਲੋਸਿਟੀ ਜੇ v1 ਪਤਾ ਤਾਂ ਆਪਾਂ v2 ਕੀ ਕਰ ਸਕਦੇ ਹਾਂ, ਫਾਈਂਡ ਆਊਟ। ਠੀਕ ਹੈ, ਇਹ ਤਾਂ ਹੋਗਾ ਲਾ ਆਫ ਕੰਜ਼ਰਵੇਸ਼ਨ ਆਫ ਕਾਈਨੈਟਿਕ એનર્ਜੀ ਰੂਲ ਉਹ ਵੀ ਹੋਊਗਾ। ਹੁਣ ਜੇ ਮੋਮੈਂਟਮ ਦਾ ਰੂਲ ਦੇਖੀਏ ਤੇ ਥੋੜਾ ਜਿਹਾ ਦੇਖੋ ਤੁਸੀਂ, ਜੇ ਮੈਂ ਇਸ ਡਾਇਗਰਾਮ ਥੋੜਾ ਜਿਹਾ ਚੇਂਜ ਕਰਾਂ ਹਨਾ, ਹੁਣ ਦੇਖੋ ਆ ਬੇਟਾ v1 ਹੈ, ਆ ਥੀਟਾ ਹੈ, ਤਾਂ ਕੀ ਮੈਂ v1 ਨੂੰ ਕੰਪੋਨੈਂਟਸ ਤੋੜ ਲਾਂ, ਇਹ ਮੇਰੇ ਕੋਲ ਬਣ ਜੂ v1 cos ਥੀਟਾ, ਆ ਮੇਰੇ ਕੋਲ ਬਣ ਜੂ v1 sin ਥੀਟਾ ਹੈ ਨਾ, ਐਵੇਂ ਆ v2 ਹੈ, ਆ ਫਾਈ ਹੈ, ਤਾਂ ਮੇਰੇ ਕੋਲ x ਐਕਸਿਸ ਪਾਸੇ ਕਿਹੜਾ ਕੰਪੋਨੈਂਟ ਬਣ ਜੂ v2 cos ਫਾਈ, ਨੀਚੇ ਬਣ ਜੂ v2 sin ਫਾਈ। ਪਤਾ ਲੱਗ ਗਿਆ ਨਾ, ਇਹ ਆਪਾਂ ਕੰਪੋਨੈਂਟਸ ਤੋੜਨਾ ਪੜਿਆ ਹੋਇਆ, ਜਿਹੜੀ ਲਾਈਨ ਨਾਲ ਐਂਗਲ ਬਣੇ ਉਹ ਤੁਹਾਡਾ cos ਵਾਲਾ ਕੰਪੋਨੈਂਟ ਹੁੰਦਾ, ਜਿਹੜਾ ਦੂਜਾ ਹੁੰਦਾ ਉਹ ਕਿਹੜਾ ਹੁੰਦਾ ਤੁਹਾਡਾ sin ਵਾਲਾ ਕੰਪੋਨੈਂਟ। ਠੀਕ ਹੈ, ਤਾਂ ਹੁਣ ਦੇਖੋ ਇਹ ਤੇ ਮੈਂ ਮੋਮੈਂਟਮ ਦਾ ਰੂਲ ਲਗਾਵਾਂ, ਤੇ ਇਹਦਾ ਮੋਮੈਂਟਮ ਕਿੰਨਾ ਬਣ ਜਾਏਗਾ m1 ਗੁਣਾ u1, ਇਹਦਾ ਕਿੰਨਾ ਬਣ ਜਾਏਗਾ m2 ਗੁਣਾ u2 ਬਿਫੋਰ ਕੋਲਿਜ਼ਨ। ਇਹਦੇ ਜਿਹੜਾ ਅੱਛਾ ਇਹ ਗੱਲ ਹੋਰ, ਜਿਹੜਾ ਇਹਦਾ ਮੋਮੈਂਟਮ ਹੈ ਉਹਨੂੰ ਬੇਟਾ ਆਪਾਂ ਦੋ ਪਾਰਟਸ ਕਰਾਂਗੇ, ਕਿਉਂਕਿ ਕੋਲਿਜ਼ਨ ਤੋਂ ਪਹਿਲਾਂ ਇਹਦੀ ਐਕਸਿਸ ਕੁਝ ਹੋਰ ਸੀ, ਕੋਲਿਜ਼ਨ ਤੋਂ ਬਾਅਦ ਇਹਦੀ ਐਕਸਿਸ ਕੁਝ ਹੋਰ ਨਹੀਂ ਹੈ ਨਾ। ਵੈਲੋਸਿਟੀ ਦੋ ਕੰਪੋਨੈਂਟਸ ਹੋ ਗਏ ਨਾ, ਅਲੋਂਗ x ਐਕਸਿਸ ਡਿਫਰੈਂਟ ਕੰਪੋਨੈਂਟ ਹੈ, ਅਲੋਂਗ y ਐਕਸਿਸ ਡਿਫਰੈਂਟ ਕੰਪੋਨੈਂਟ ਹੈ, ਤਾਂ ਕਰਕੇ ਆਪਾਂ ਜਿਹੜਾ ਮੋਮੈਂਟਮ ਦਾ ਰੂਲ ਹੈ according to law of conservation of linear momentum, क्योंकि इलास्टिक कोलिजन है तो लीनियर मोमेंटम का रूल होगा ही होगा। ठीक है, तो ਇਹਦੀ ਆਪਾਂ ਗੱਲ ਕਰਾਂਗੇ ਦੋ ਡਾਇਰੈਕਸ਼ਨ, ਪਹਿਲਾ ਹੈ along x axis। ਦੇਖੋ ਜਿਹੜੇ ਪਾਰਟੀਕਲ ਕੋਲਿਜਨ ਤੋਂ ਪਹਿਲਾਂ ਮੋਮੈਂਟਮ ਸੀਗਾ ਹਨਾ, ਪਹਿਲੇ ਪਾਰਟੀਕਲ ਦਾ ਮੋਮੈਂਟਮ ਕਿੰਨਾ ਸੀ m1 u1, ਦੂਜੇ ਦਾ ਕਿੰਨਾ ਸੀ m2 u2, ਆ ਤਾਂ ਹੋ ਗਿਆ ਬਿਫੋਰ ਕੋਲਿਜਨ। ਹੁਣ ਆਫਟਰ ਕੋਲਿਜਨ ਦੇਖੋ ਬੇਟਾ ਥੋੜਾ ਜਿਹਾ, ਆਫਟਰ ਕੋਲਿਜਨ ਪਾਰਟੀਕਲ ਦੇ ਮਾਸ ਸੇਮ ਰਹੇ, ਜੇ ਮੈਂ ਪਹਿਲੇ ਪਾਰਟ ਦੀ ਗੱਲ ਕਰਾਂ ਤਾਂ ਇੱਥੇ ਆਪਾਂ ਕੀ ਲਿਖਾਂਗੇ m1, ਇਹਦੀ ਵੈਲੋਸਿਟੀ ਕਿੰਨੀ ਹੋਗੀ v1 cos ਥੀਟਾ, ਤਾਂ ਕਿਹੜਾ ਕੰਪੋਨੈਂਟ ਲਵਾਂਗੇ ਕਿ x ਵਾਲੇ ਪਾਸੇ ਕਿਹੜਾ ਕੰਪੋਨੈਂਟ ਹੈ ਵੈਲੋਸਿਟੀ ਦਾ, ਫਸਟ ਪਾਰਟੀਕਲ ਦੀ ਗੱਲ ਕਰ ਰਹੇ cos ਥੀਟਾ, ਤਾਂ ਉਹਦੇ ਕੋਲ ਪਹਿਲੇ ਪਾਰਟੀਕਲ ਦੀ ਗੱਲ ਕਰਾਂਗੇ ਤਾਂ ਉਹਦਾ ਕਿੰਨਾ ਬਣ ਜਾਊਗਾ m1 v1 cos थीटा, here theta is scattering angle। ਜੇ ਸੈਕੰਡ ਪਾਰਟ ਦੀ ਗੱਲ ਕਰਾਂਗੇ ਤਾਂ ਕਿੰਨਾ ਬਣ ਜੂ m2 v2 cos, ਸੈਕੰਡ ਪਾਰਟੀਕਲ ਦਾ ਕਿਹੜਾ ਕੰਪੋਨੈਂਟ ਹੈ ਵੈਲੋਸਿਟੀ ਦਾ, phi ਵਾਲਾ ਕੰਪੋਨੈਂਟ ਹੈ along। ठीक है, इन इक्वेशन नंबर 2 ये along y एक्सिस करना है, y एक्सिस देखो पहला कोलिजन तो पहला लिखांगे, ਹੁਣ देखो ਕੀ ਕੋਲਿजन ਤੋਂ ਪਹਿਲਾਂ ਕੁਝ y एक्सिस ਚ ਹੈ ਨਹੀਂ ਹੈ ਨਾ, ਤੇ ਇਹਦਾ ਮਤਲਬ ਕੋਲਿजन ਤੋਂ ਪਹਿਲਾਂ ਇਹਦਾ ਮੋਮੈਂਟਮ 0 ਹੈ along y डायरेक्शन। ਕੋਲਿजन ਤੋਂ ਪਹਿਲਾਂ along y एक्सिस ਕੀ ਲਿਖਾਂਗੇ ਆਪਾਂ 0। ਆਫਟਰ ਕੋਲਿजन ਜਿਹੜਾ ਪਹਿਲਾ ਪਾਰਟੀਕਲ ਸੀ ਉਹਦਾ ਮਾਸ m1 ਸੀ, ਉਹਦੀ ਵੈਲੋਸਿਟੀ ਕਿਹੜਾ ਕੰਪੋਨੈਂਟ ਲਿਖਾਂਗੇ ਆਪਾਂ v1 sin ਥੀਟਾ। ਠੀਕ ਹੈ ਜੀ, ਪਲੱਸ ਆਫਟਰ ਕੋਲਿजन ਕਿੰਨਾ ਸੀ m2, ਇਹਦਾ ਕਿਹੜਾ ਕੰਪੋਨੈਂਟ ਹੈ ਉਸ ਧਿਆਨ ਨਾਲ ਦੇਖੋ, ਤੇ ਇਹਦਾ ਜਿਹੜਾ ਕੰਪੋਨੈਂਟ ਹੈ v1 ਦਾ, v2 ਦਾ ਕੀ ਹੈ v2 sin phi along the y axis, ਬਟ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ ਨੈਗੇਟਿਵ ਵਾਈਸ, ਤਾਂ ਇਹਦੇ ਅੱਗੇ ਆਪਾਂ ਕੀ ਲਾ ਦਾਂਗੇ ਮਾਈਨਸ, ਮਤਲਬ ਮੇਰੇ ਕੋਲ ਇਹ ਬਣ ਜਾਊਗਾ ਮਾਈਨਸ v2 sin phi। ठीक है, तेनों मैं कुछ है लिख सकता है m1 v1 sin थीटा माइनस m2 v2 sin phi बराबर की हो गया ਤੁਹਾਡੇ ਕੋਲ, ਫਿਰ ਇਹ ਤੁਹਾਡੀ ਇਕੁਏਸ਼ਨ ਨੰਬਰ 3। ਠੀਕ ਹੈ, ਹੁਣ ਦੇਖੋ ਆਪਣੇ ਕੋਲ ਇਕੁਏਸ਼ਨਸ ਇੱਕ 1 ਆਈ ਸੀ ਕਿਨੈਟਿਕ એનર્ਜੀ ਤੋਂ, ਦੋ ਤੁਹਾਡੀ ਇਕੁਏਸ਼ਨ ਆ ਗਈਆਂ ਮੋਮੈਂਟਮ ਤੋਂ, ਇੱਕ x ਐਕਸਿਸ ਅਲੋਂਗ ਇੱਕ y ਐਕਸਿਸ ਅਲੋਂਗ। ਠੀਕ ਹੈ, ਤਾਂ ਆਪਾਂ ਨੂੰ ਦੇਖੋ ਕੀ ਕੀ ਨਹੀਂ ਪਤਾ, ਆਪਾਂ ਨੂੰ m1 ਪਤਾ ਹੁੰਦਾ ਹੈ, ਆਪਾਂ ਨੂੰ m2 ਪਤਾ ਹੁੰਦਾ, ਆਪਾਂ ਨੂੰ u1 ਤੇ u2 ਪਤਾ ਹੁੰਦਾ ਨਾ, ਆ ਚਾਰ ਚੀਜ਼ਾਂ ਆਪਾਂ ਨੂੰ ਪਤਾ ਹੁੰਦੀਆਂ। ਠੀਕ ਹੈ, ਆਪਣੇ ਪਤਾ ਕੀ ਕਰਨਾ, ਇੱਕ ਆਪਣੇ v1 ਪਤਾ ਕਰਨਾ ਹੈ ਫਾਈਨਲ ਵੈਲੋਸਿਟੀ ਆਫਟਰ ਕੋਲਿजन ਫਸਟ ਪਾਰਟੀਕਲ ਦੀ, ਇੱਕ ਆਪਣੇ v2 ਪਤਾ ਕਰਨਾ ਹੈ, ਇੱਕ ਆਪਣੇ ਥੀਟਾ ਪਤਾ ਕਰਨਾ ਹੈ, ਇੱਕ ਆਪਣੇ ਕੀ ਪਤਾ ਕਰਨਾ ਹੈ phi। ਇਹ ਤੁਹਾਡੇ ਕੋਲ ਚਾਰ ਕੀ ਨੇ ਅਨਨੋਨ ਨੇ। ਠੀਕ ਹੈ, ਚਾਰ ਤੁਹਾਡੇ ਕੋਲ ਨੋਨ ਕੁਆਂਟੀਟੀਜ਼ ਨੇ, ਚਾਰ ਤੁਹਾਡੇ ਕੋਲ ਅਨਨੋਨ ਕੁਆਂਟੀਟੀਜ਼ ਨੇ, ਬਟ ਉਹ ਇਕੁਏਸ਼ਨਸ ਕਿੰਨੀ ਹੈ ਤਿੰਨ,
एक किनेटिक एनर्जी तो, दो ਤੁਹਾਡੇ ਕੋਲ मोमेंटम तो। अपने कैलकुलेशन 3 ने, वेरीएबल 4 ने, कि पॉसीबल है ਐਵੇਂ कैलकुलेट करना? जिन्ने वेरीएबल ਹੁੰਦੇ ਨੇ ਆਪਣੇ ਕੋਲ ਉਨੇ ਹੀ ਸੋਲੂਸ਼ਨ ਆਉਂਦੇ ਨੇ, ਹਨਾ। ਤੇ ਇਹਦਾ ਮਤਲਬ ਆਪਾਂ ਨੂੰ ਜਾਂ ਤਾਂ ਇੱਕ ਇਕੁਏਸ਼ਨ ਹੋਰ ਬਣਾਉਣੀ ਪਊਗੀ, ਜਾਂ ਇੱਕ ਵੇਰੀਏਬਲ ਨੂੰ ਦੀ ਵੈਲਿਊ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਹਨਾ। ਦੈਨ ਕੀ ਹੈ, ਇਫ ਵੀ ਨੋ v1 v2 थीटा और फाई, ਇਹਨਾਂ ਚਾਰਾਂ 'ਚ ਤੁਹਾਨੂੰ ਇੱਕ ਪੈਰਾਮੀਟਰ ਐਕਸਪੈਰੀਮੈਂਟਲੀ ਪਤਾ ਹੋਣਾ ਚਾਹੀਦਾ। ਮੰਨ ਲਓ ਥੀਟਾ ਮੈਨੂੰ ਪਤਾ ਹੈ ਵੀ ਜਿਹੜਾ ਪਾਰਟੀਕਲ ਸਕੈਟਰ ਹੋਇਆ ਉਹ ਮੰਨ ਲਓ 45 ਡਿਗਰੀ ਤੇ ਹੋਇਆ, ਮੰਨ ਲਓ, ਹਨਾ। ਤਾਂ ਦੈਟ ਮੀਨਸ ਆਪਣੇ ਕੋਲ ਇੱਕ ਵੇਰੀਏਬਲ ਘਟ ਗਿਆ, ਆਪਣੇ ਕੋਲ ਵੇਰੀਏਬਲ 3 ਰਹਿ ਗਏ। ਹੁਣ ਰਹਿ ਗਿਆ v1 ਪਤਾ ਕਰਨਾ ਰਹਿ ਗਿਆ, v2 ਪਤਾ ਕਰਨਾ ਰਹਿ ਗਿਆ ਤੇ फाई। ਆਪਣੇ ਕੋਲ ਇਕੁਏਸ਼ਨਾਂ ਵੀ 3 ਨੇ, ਤਾਂ ਆਪਾਂ ਤਿੰਨੇ ਇਕੁਏਸ਼ਨ ਸੋਲਵ ਕਰਕੇ ਕੀ ਹੈ, ਫਾਈਂਡ ਕਰ ਸਕਦੇ ਹਾਂ। ਇਸ ਲਈ ਤਾਂ ਮਤਲਬ ਤੁਹਾਨੂੰ ਚਾਰਾਂ ਦੇ ਵਿੱਚੋਂ, ਚਾਰੇ ਅਨਨੋਨ ਕੁਆਂਟੀਟੀ ਦੇ ਵਿੱਚੋਂ ਕੋਈ ਵੀ ਇੱਕ ਕੁਆਂਟੀਟੀ ਤੁਹਾਨੂੰ ਐਕਸਪੈਰੀਮੈਂਟਲੀ ਪਤਾ ਹੋਣੀ ਚਾਹੀਦੀ ਹੈ। ਥੀਟਾ ਵੀ ਪਤਾ ਹੋ ਸਕਦਾ ਹੈ, फाई भी पता हो सकता है। ये चीज़ें मैं तां कह रहा क्योंकि एंगल ਨੂੰ ਆਪਾਂ ਈਜ਼ੀਲੀ ਮੇਜ਼ਰ ਕਰ ਸਕਦੇ ਹਾਂ ਨਾ, ਵੀ ਜਿਹੜਾ ਪਾਰਟੀਕਲ ਹੈ ਉਹ ਆਪਣੀ ਮੀਨ ਪਾਥ ਤੋਂ, ਜੇ ਆਪਾਂ ਗੱਲ ਕਰੀਏ ਨਾ, ਆਹ ਚੀਜ਼ ਆਪਾਂ ਨੂੰ ਈਜ਼ੀਲੀ ਪਤਾ ਲੱਗ ਜਾਊਗੀ ਵੀ ਕੋਲਿਜ਼ਨ ਤੋਂ ਬਾਅਦ ਐਕਸ ਐਕਸਿਸ ਤੋਂ ਕਿੰਨਾ ਬੈਂਡ ਹੋ ਗਿਆ, ਕਿੰਨਾ ਡਾਇਵਰਟ ਹੋ ਗਿਆ, ਹਨਾ। ਥੀਟਾ फाई ਆਹ ਚੀਜ਼ ਆਪਾਂ ਨੂੰ ਈਜ਼ੀਲੀ ਦੋਨੇ ਚੋਂ ਇੱਕ ਚੀਜ਼ ਈਜ਼ੀਲੀ ਪਤਾ ਲੱਗ ਸਕਦੀ ਹੈ। ਤਾਂ ਕਰਕੇ ਜੇ ਆਪਾਂ ਨੂੰ ਇੱਕ ਚੀਜ਼ ਪਤਾ ਹੋਵੇ ਤਾਂ ਆਪਾਂ v1 v2 ਕੀ ਈਜ਼ੀਲੀ ਫਾਈਂਡ ਕਰ ਸਕਦੇ ਹਾਂ। ਠੀਕ ਹੈ ਜੀ, ਉਹ ਤਿੰਨ ਇਕੁਏਸ਼ਨ ਆਪਣੇ ਕੋਲ ਹੈ। ਨੈਕਸਟ ਇਹਦੇ ਇੱਕ ਦੋ ਸਪੈਸ਼ਲ ਕੇਸ ਕਰਾਂਗੇ। ਉਹ ਸਪੈਸ਼ਲ ਕੇਸ ਹੈ ਕਿ ਮੈਂ ਥੋੜਾ ਜਿਹਾ ਦੱਸਣਾ ਤੁਹਾਨੂੰ। ਕਈ ਵਾਰ ਇਸ ਤਰ੍ਹਾਂ ਦਾ ਕੁਐਸਚਨ ਪੁੱਛ ਲੈਂਦੇ ਨੇ, ਕਰੋ ਆਫਟਰ ਕੋਲਿਜ਼ਨ, ਦੇਖੋ ਥੀਟਾ ਕੀ ਸੀ, ਸਕੈਟਰ ਪਾਰਟੀਕਲ, फाई ਕੀ ਸੀ, ਰਿਕॉइल ਪਾਰਟੀਕਲ, ਵੀ ਉਹ ਆਫਟਰ ਕੋਲਿਜ਼ਨ ਦੋਨੋਂ ਪਰਪੈਂਡੀਕੂਲਰ ਮੂਵ ਕਰਦੇ ਨੇ। ਇਹ ਇੱਕ ਵਾਰ ਪੁੱਛ ਲੈਂਦੇ ਨੇ ਵੀ ਜਿਹੜਾ ਕੋਲਿਜ਼ਨ ਤੋਂ ਬਾਅਦ ਜਿਹੜਾ ਸਕੈਟਰ ਪਾਰਟੀਕਲ ਜਿਹੜਾ ਥੀਟਾ ਐਂਗਲ ਤੇ ਜਾਂਦਾ ਹੈ, ਜਿਹੜਾ ਰਿਕॉइल ਪਾਰਟੀਕਲ ਆ फाई ਐਂਗਲ ਤੇ ਜਾਂਦਾ ਹੈ, ਕਿ ਦੇ ਵਿਲ ਮੂਵ ਪਰਪੈਂਡੀਕੂਲਰ ਟੂ ਈਚ ਅਦਰ। ਸਪੈਸ਼ਲ ਕੇਸ 'ਚ ਆਪਾਂ ਆ ਚੀਜ਼ ਪ੍ਰੂਵ ਕਰਾਂਗੇ। ਠੀਕ ਹੈ, after collision scattered particle and recoiled particle move perpendicular to each other। ਇਹ क्वेश्चन कई बार प्रूव कर ਲਈ कहते हैं, वो ਇਹਦਾ स्पेशल केस है। ठीक है जी, ਹੁਣ ਉਸ स्पेशल केस ਲਈ ਆਪਾਂ ਇੱਕ assumption यूज ਕਰਾਂਗੇ। ਪਹਿਲੀ assumption ਦਾ ਕੀ ਹੈ ਕਿ ਦੋਨੋਂ ਪਾਰਟੀਕਲ ਦੇ ਮਾਸ ਬਰਾਬਰ ਨੇ। ਮੰਨ ਲਓ m ਸਪੋਜ਼ ਕਰ ਲਿਆ, ਠੀਕ ਹੈ। ਐਂਡ ਇੱਕ ਆਪਾਂ ਮੈਂ ਤੁਹਾਨੂੰ ਕਿਹਾ ਜਦੋਂ ਪਰਫੈਕਟਲੀ ਇਲਾਸਟਿਕ ਕੋਲਿਜ਼ਨ ਜਾਂ ਪਰਫੈਕਟਲੀ ਇਨਲਾਸਟਿਕ ਦੀ ਗੱਲ ਕਰਨੀ ਹੋਵੇ ਤਾਂ ਉੱਥੇ ਆਪਾਂ u1 ਨੂੰ ਸਪੋਜ਼ ਕਰ ਲਓ, ਮੈਂ u ਲੈ ਲਿਆ, ਹਨਾ। ਤੇ u2 ਨੂੰ ਮੈਂ ਉੱਥੇ ਕੀ ਲਿਆ ਕਰੂੰਗਾ, 0। ਟਾਰਗੇਟ ਪਾਰਟੀਕਲ ਨੂੰ ਹਮੇਸ਼ਾ ਕੀ ਮੰਨਿਆ ਕਰਾਂਗੇ ਆਪਾਂ, ਐਟ ਰੈਸਟ ਸਪੋਜ਼ ਕਰਿਆ ਕਰਾਂਗੇ ਪਰਫੈਕਟਲੀ ਕੇਸ ਵਾਸਤੇ। ਹੁਣ ਦੇਖੋ ਇਕੁਏਸ਼ਨ 1 ਤੁਹਾਡੇ ਕੋਲ ਮੈਂ ਦੁਬਾਰਾ ਰੀਕਾਲ ਕਰਨ ਲੱਗਿਆ। ਇਕੁਏਸ਼ਨ 1 ਤੁਹਾਡੇ ਕੋਲ ਇਹ ਸੀ m1 u1 ਸਕੁਅਰ plus m2 u2 square is equal to m1 v1 square plus m2 v2 square। इक्वेशन 1 ਸੀਗੀ m1 u1 square u1 m2 u2 is equal to m1 v1 cos theta plus m2 v2 cos। ਇਹ ਤੁਹਾਡੀ ਇਕੁਏਸ਼ਨ ਨੰਬਰ 2 ਸੀ। m1 v1 sin theta माइनस m2 v2 sin फाई। ਇਹ ਤੁਹਾਡੀ ਇਕੁਏਸ਼ਨ ਨੰਬਰ 3 ਸੀ। ਇਹ ਪਹਿਲਾਂ ਡਰਾਈਵ ਕਰ ਚੁੱਕੇ ਹਾਂ। ਇਹਨਾਂ ਦੇ ਵਿੱਚ ਐਗਜ਼ੈਂਪਸ਼ਨ ਪੁੱਟ ਕਰ ਦੋ। ਇੱਕ ਤਾਂ m1 ਬਰਾਬਰ m2 ਪੁੱਟ ਕਰ ਦੋ ਬਰਾਬਰ m, ਹਨਾ। ਇੱਕ u1 ਨੂੰ u ਪੁੱਟ ਕਰ ਦੋ ਤੇ u2 ਨੂੰ 0 ਪੁੱਟ ਕਰ ਦੋ। ਇਨ ਆਲ ਦਾ 3 ਇਕੁਏਸ਼ਨਸ ਟੋਟਲ ਕੀ ਬਣੇਗਾ। ਪਹਿਲੀ ਇਕੁਏਸ਼ਨ ਦੀ ਗੱਲ ਕਰਾਂ, ਟੋਟਲ m u ਸਕੁਅਰ plus 0 is equal to m v1 ਸਕੁਅਰ plus m v2 ਸਕੁਅਰ। ਇਹ ਬਣ ਜੂਗੀ। ਇਹਨਾਂ ਚੋਂ m ਕਾਮਨ ਹੈ, u ਸਕੁਅਰ, ਇਧਰੋਂ m ਕਾਮਨ, ਇਧਰੋਂ ਕਿੰਨਾ ਬਣ ਜਾਏਗਾ v1 ਸਕੁਅਰ plus v2 ਸਕੁਅਰ। m ਨਾਲ m ਕੈਂਸਲ ਆਊਟ ਹੋ ਗਿਆ। ਟੋਟਲ ਕੀ ਬਣ ਗਿਆ, u ਸਕੁਅਰ is equal to v ਸਕੁਅਰ plus v2 ਸਕੁਅਰ। ਇਹ ਤੁਹਾਡੀ ਇਕੁਏਸ਼ਨ ਨੰਬਰ 4। ਠੀਕ ਹੈ, ਐਵੇਂ ਸੈਕੰਡ ਪੁੱਟ ਕਰ ਦੋ ਤੁਹਾਡੇ ਕੋਲ। सेकंड कितना बन m u प्लस 0 u2 0 हो गया, u2 है ना, इज इक्वल टू m v1 cos थीटा प्लस m2 v2 cos फाई। m कॉमन है, कॉमन कर इतने m2 नहीं, m कॉमन करके कैंसिल कर दो। u इज इक्वल टू v1
फिफ्थ इक्वेशन। ठीक है जी, एवें थर्ड च पुट करो एम v1 cos sin थीटा माइनस एम v2 sin फाई। एम कॉमन कट को की बनेगा v1 sin थीटा माइनस v2 sin फाई। ये तो इक्वेशन नंबर 0 इक्वेशन नंबर 6 तो इक्वल 4 5 6 तीन इक्वेशंस बन गई आफ्टर पुटिंग द assumptions। ठीक है जी, हूं देखो इक्वेशन 4 की ਤੁਹਾਡੇ ਕੀ ਹੈ v1 ਸਕੁਅਰ v2 ਸਕੁਅਰ ਇਜ਼ ਇਕੁਅਲ ਟੂ u ਸਕੁਅਰ। ਇਕੁਏਸ਼ਨ 5 ਦੇ ਵਿੱਚ ਤੁਹਾਡੇ ਕੋਲ u ਦੀ ਵੈਲਿਊ ਹੈ, ਆ u ਦੀ ਵੈਲਿਊ ਚੱਕ ਕੇ ਇੱਥੇ ਪੁੱਟ ਕਰੋ, ਪੁੱਟ 5 in 4 ਚਲ ਕੀ v1 ਸਕੁਅਰ v2 ਸਕੁਅਰ ਤੇ ਸੱਚ ਹੈ ਨਾ, ਜਿੱਥੇ u ਆ ਉੱਥੇ ਪੁੱਟ ਕਰ ਦੋ v1 cos थीटा v2 cos phi सारे ਦਾ ਸਕੁਅਰ, तो u ਸਕੁਅਰ ਹੈ u ਦੀ ਵੈਲਿਊ ਪੁੱਟ ਕਰ ਦੇ v1 स्क्वायर प्लस v2 स्क्वायर इज इक्वल टू a प्लस b होल स्क्वायर लगा दो a स्क्वायर प्लस b स्क्वायर प्लस 2ab। ठीक है जी, इधर v1 स्क्वायर है, इधर v1 लिख बस इकट्ठे कर लो, इधर लिखो ना, चलो देखिए बन गया v1 स्क्वायर माइनस v1 स्क्वायर cos स्क्वायर थीटा प्लस इधर v2 स्क्वायर पे है, इधर भी v2 की टर्म पे होगी, इधर लियो v2 स्क्वायर cos स्क्वायर फाई 2 v1 v2 cos थीटा इनटू cos फाई। दोनों चो v1 स्क्वायर कॉमन है, कर लिख बेटा की बन जाएगा v1 स्क्वायर कॉमन है 1 माइनस cos स्क्वायर थीटा प्लस दूसरे चो की कॉमन है v2 स्क्वायर कॉमन है, तो की बन जाए 1 माइनस cos स्क्वायर फाई, तो इधर राइट साइड की बन जाएगी 2 v1 v2 cos थीटा इनटू cos फाई। 1 माइनस cos स्क्वायर थीटा sin स्क्वायर थीटा 1 माइनस cos स्क्वायर फाई sin स्क्वायर फाई है ना, पुटिंग कर दो तो v1 sin स्क्वायर थीटा बन गया प्लस v2 स्क्वायर sin स्क्वायर फाई बन गया 2 v1 v2 cos थीटा गुना cos फाई। ये तो इक्वेशन नंबर 7 बन गई। ठीक है जी, उसके बाद देखो ਤੁਹਾਡੇ ਕੋਲ ਇੱਕ ਇਕੁਏਸ਼ਨ ਨੰਬਰ 6 ਵੀ ਆਈ ਸੀ 6 ਦੇਖੋ 6 ਤੋਂ ਮੈਂ ਐਵੇਂ ਲਿਖ ਸਕਦਾ 6 ਤੁਹਾਡੇ ਕੋਲ ਸੀ v1 sin θ is equal to v minus v2 sin phi, ਕੀ ਮੈਨੂੰ ਲਿਖ ਸਕਦਾ v1 sin θ is equal to v2 sin phi, माइनस साइन उधर के बराबर हो तो जब इक्वल हो गया ना, जिथे भी v1 sin θ की जगह हम की पुट कर सकते हैं v2 sin phi। इस इक्वेशन पुट मतलब v1 sin θ शुड इक्वल टू v2 sin phi है, जिथे भी v2 sin phi है उत्थे मैं v1 sin θ पुट कर ला, आ तो बन जू v1 स्क्वायर sin स्क्वायर थीटा प्लस ये तो v2 sin phi है ਉਹਦਾ ਸਕੁਅਰ ਹੈ ਨਾ, ਇਹ ਮੈਂ ਕੀ ਲਿਖ ਸਕਦਾ v1 sin θ ਦਾ ਸਕੁਅਰ ਲਿਖ ਸਕਦਾ is equal to 2 v1 v2 cos θ गुणा cos phi। v1 स्क्वायर sin स्क्वायर थीटा v1 स्क्वायर sin स्क्वायर थीटा 2 v1 स्क्वायर sin स्क्वायर थीटा बन गया है is equal to 2 v1 v2 cos θ गुणा cos phi। ठीक है, इथों cos θ कट लो, cos θ तो देखो ना आ गया 2 वाला 2 कैंसिल आउट हो गया v1 स्क्वायर sin स्क्वायर थीटा बाय v1 v2 cos phi बराबर तो देखो cos θ बन गया v1 वाले v1 कैंसिल होगा तो कितना बन गया v1 बाय v2 sin स्क्वायर थीटा बटे cos phi शुड इक्वल टू cos θ। ठीक है जी, हुण देखो एक अपने को फॉर्मूला हुंदा cos थीटा प्लस फाई cos c प्लस cos t, ਇਹਦਾ ਫਾਰਮੂਲਾ ਕੀ ਹੁੰਦਾ cos थीटा cos phi
माइनस साइन थीटा साइन फाई। ठीक है जी, राइट साइड है मेरे को, लेफ्ट साइड सॉरी, cos थीटा प्लस फाई इथे की cos थीटा, cos थीटा आपको पता है कि ये v1 by v2 sin स्क्वायर थीटा बटे cos फाई, आ cos फाई ऐसे रख लो, माइनस sin थीटा नु ऐसे रख लो, एक तो अपने को sin फाई निकल जूगा, ये मैं sin फाई कैलकुलेट करा तो कितना बन जाओ v1 by v2 into sin थीटा, तो की बन जाओ v1 by v2 into sin थीटा, ये तो की बन जाओ cos थीटा प्लस फाई, cos फाई कैंसिल, तो v1 by v2 sin स्क्वायर थीटा बन गया, माइनस v1 by v2 sin स्क्वायर थीटा बन गया, सेम क्वांटिटीज ने कैंसिल आउट हो गई, दैट मीन तो cos थीटा प्लस फाइव बराबर 0 आ गया, एक आदि बराबर होंगे cos 90 दे cos 0, cos का केड़ा एंगल 0 होंगे 90, cos ना cos कट गया तो थीटा प्लस फाइव का बराबर रह गया, इस तरह बेटा अपन प्रूव कर सकते हैं। ठीक है, जो परफेक्टली इलास्टिक कोलिजन पूछा जाए तो जी आफ्टर कोलिजन ने टारगेट पार्टिकल्स कह लो प्रोजेक्टाइल या कह लो रिकॉइल से स्कैटर पार्टिकल आप हमेशा किमें जाएंगे परपेंडिकुलर टू ईच अदर। ठीक है जी, नेक्स्ट एक टॉपिक पेंडिंग है इनलास्टिक कोलिजन टू डायमेंशन ऑफ नेक्स्ट वीडियो।